ਸਤਿ ਸ੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡੇ ਆਪਦੇ YouTube ਚੈਨਲ ਅੰਬੇਦਕਰ ਪੁਆਇੰਟ ਦੇ ਵਿੱਚ। ਦੋਸਤੋ, ਅੱਜ ਦਾ ਜੋ ਆਪਣਾ ਟੌਪਿਕ ਰਹੇਗਾ ਉਹ ਰਹੇਗਾ ਵੈਦਿਕ ਸਭਿਅਤਾ ਦੇ ਮਹੱਤਵਪੂਰਨ ਪ੍ਰਸ਼ਨ ਉੱਤਰ। ਠੀਕ ਹੈ ਜੀ, ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਵੈਦਿਕ ਸਭਿਅਤਾ ਦੇ ਮਹੱਤਵਪੂਰਨ ਪ੍ਰਸ਼ਨ ਉੱਤਰ। ਆਸ਼ਾ ਕਰਦੇ ਹਾਂ ਕਿ ਇਹ ਪ੍ਰਸ਼ਨ ਤੁਹਾਡੇ ਲਈ ਇੰਪੋਰਟੈਂਟ ਸਾਬਿਤ ਹੋਣਗੇ। ਠੀਕ ਹੈ ਜੀ, ਤਾਂ ਬਹੁਤਾ ਟਾਈਮ ਨਾ ਗਵਾਉਂਦੇ ਹੋਏ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਪਹਿਲਾ ਪ੍ਰਸ਼ਨ। ਆਪਣਾ ਪਹਿਲਾ ਪ੍ਰਸ਼ਨ ਹੈ ਕਿ ਵੈਦਿਕ ਕਾਲ ਕਿੰਨੇ ਭਾਗਾਂ ਵਿੱਚ ਵਿਭਾਜਿਤ ਸੀ। ਵੈਦਿਕ ਕਾਲ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ? ਤਾਂ ਵੈਦਿਕ ਕਾਲ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਠੀਕ ਹੈ ਜੀ, ਤਾਂ ਇਹ ਦੋ ਭਾਗ ਕਿਹੜੇ ਕਿਹੜੇ ਨੇ? ਰਿਗਵੈਦਿਕ ਕਾਲ ਅਤੇ ਉੱਤਰ ਵੈਦਿਕ ਕਾਲ। ਅਗਲਾ ਪ੍ਰਸ਼ਨ ਹੈ, ਵੇਦਾਂ ਦੀ ਸੰਖਿਆ ਕਿੰਨੀ ਮੰਨੀ ਜਾਂਦੀ ਹੈ? ਵੇਦਾਂ ਦੀ ਸੰਖਿਆ 4 ਮੰਨੀ ਜਾਂਦੀ ਹੈ। ਅਗਲਾ ਪ੍ਰਸ਼ਨ ਆ ਗਿਆ ਆਪਣੇ ਕੋਲ ਕਿ ਸਭ ਤੋਂ ਪੁਰਾਣਾ ਵੇਦ ਕਿਹੜਾ ਹੈ? ਸਭ ਤੋਂ ਪੁਰਾਣਾ ਵੇਦ ਕਿਹੜਾ ਹੈ? ਤਾਂ ਇਹ ਹੈ ਰਿਗਵੇਦ। ਰਿਗਵੇਦ ਨੂੰ ਸਭ ਤੋਂ ਪੁਰਾਣਾ ਵੇਦ ਮੰਨਿਆ ਜਾਂਦਾ ਹੈ। ਨੈਕਸਟ ਪ੍ਰਸ਼ਨ ਹੈ ਆਪਣੇ ਕੋਲ, ਰਿਗਵੇਦ ਦੇ 9ਵੇਂ ਮੰਡਲ ਵਿੱਚ ਕਿਸ ਦਾ ਉਲੇਖ ਹੈ? ਰਿਗਵੇਦ ਦੇ 9ਵੇਂ ਮੰਡਲ ਦੇ ਵਿੱਚ ਸੋਮ ਦੇਵਤੇ ਦਾ ਉਲੇਖ ਹੈ। ਕਿਸ ਦਾ ਉਲੇਖ ਹੈ? 9ਵੇਂ ਮੰਡਲ ਦੇ ਵਿੱਚ ਸੋਮ ਦਾ। ਅਗਲਾ ਪ੍ਰਸ਼ਨ ਹੈ ਆਪਣੇ ਕੋਲ, ਵਰਨ ਵਿਵਸਥਾ ਦਾ ਵਰਣਨ ਕਿਹੜੇ ਵੇਦ ਵਿੱਚ ਹੈ? ਜੋ ਵਰਨ ਵਿਵਸਥਾ ਬਣਾਈ ਗਈ ਸੀ ਉਸ ਦਾ ਜਿਹੜਾ ਉਲੇਖ ਮਿਲਦਾ ਉਹ ਕਿਸ ਵੇਦ ਦੇ ਵਿੱਚ ਮਿਲਦਾ ਹੈ? ਇਸ ਦਾ ਸਹੀ ਉੱਤਰ ਹੋਵੇਗਾ ਰਿਗਵੇਦ ਦੇ ਵਿੱਚ। ਅਗਲਾ ਪ੍ਰਸ਼ਨ ਦੇਖੋ ਕਿ ਵਰਨ ਵਿਵਸਥਾ ਅਨੁਸਾਰ ਸਮਾਜ ਕਿੰਨੇ ਵਰਗਾਂ ਵਿੱਚ ਵੰਡਿਆ ਹੋਇਆ ਸੀ? ਜੋ ਵਰਨ ਵਿਵਸਥਾ ਬਣੀ ਉਸ ਦੇ ਵਿੱਚ ਸਮਾਜ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀ? ਤਾਂ ਇਹ ਵੰਡਿਆ ਹੋਇਆ ਸੀ 4 ਵਰਨਾਂ ਦੇ ਵਿੱਚ। ਇਹ 4 ਵਰਨ ਕਿਹੜੇ ਕਿਹੜੇ ਹਨ? ਬ੍ਰਾਹਮਣ, ਛਤਰੀਏ, ਵੈਸ਼ ਅਤੇ ਸ਼ੂਦਰ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਅਗਲਾ ਪ੍ਰਸ਼ਨ ਹੈ, ਗਾਇਤਰੀ ਮੰਤਰ ਦਾ ਉਲੇਖ ਰਿਗਵੇਦ ਦੇ ਕਿਹੜੇ ਮੰਡਲ ਦੇ ਵਿੱਚ ਮਿਲਦਾ ਹੈ? ਗਾਇਤਰੀ ਮੰਤਰ ਦਾ ਉਲੇਖ ਰਿਗਵੇਦ ਦੇ ਕਿਸ ਮੰਡਲ ਵਿੱਚ ਹੈ? ਇਹ ਮੰਤਰ ਕਿਸ ਦੀ ਸਤੁਤੀ ਵਿੱਚ ਹੈ? ਸਤੁਤੀ ਮਤਲਬ ਪ੍ਰਸ਼ੰਸਾ। ਠੀਕ ਹੈ ਜੀ, ਤਾਂ ਜੋ ਇਸ ਦਾ ਸਹੀ ਉੱਤਰ ਹੋਵੇਗਾ ਇਹ ਹੋਵੇਗਾ ਕਿ ਰਿਗਵੇਦ ਦੇ ਤੀਸਰੇ ਮੰਡਲ ਦੇ ਵਿੱਚ ਗਾਇਤਰੀ ਮੰਤਰ ਦਾ ਉਲੇਖ ਹੈ ਅਤੇ ਇਹ ਮੰਤਰ ਸੂਰਜ ਦੇਵ ਦੀ ਪ੍ਰਸ਼ੰਸਾ ਦੇ ਵਿੱਚ ਲਿਖਿਆ ਗਿਆ ਹੈ। ਅੱਗੇ ਚੱਲਦੇ ਹਾਂ ਜੀ। ਅਗਲਾ ਪ੍ਰਸ਼ਨ ਹੈ ਆਪਣੇ ਕੋਲ, ਵੇਦਾਂ ਦਾ ਕਰਮਵਾਰ ਵਰਣਨ ਕਰੋ। ਤਾਂ ਜੋ ਵੇਦ ਹਨ ਉੱਪਰ ਪੜ੍ਹਿਆ ਆਪਾਂ ਨੇ ਕਿ ਵੇਦਾਂ ਦੀ ਸੰਖਿਆ ਹੈ 4। ਤਾਂ ਹੁਣ ਇਹ 4 ਨੂੰ ਸੀਰੀਅਲ ਵਾਈਜ਼ ਲਿਖਣਾ ਹੈ। ਸਭ ਨਾਲੋਂ ਪਹਿਲਾਂ ਆ ਗਿਆ ਰਿਗਵੇਦ, ਫਿਰ ਹੈ ਯਜੁਰਵੇਦ, ਉਸ ਤੋਂ ਬਾਅਦ ਹੈ ਆਪਣੇ ਕੋਲ ਸਾਮਵੇਦ ਅਤੇ ਅੰਤ ਦੇ ਵਿੱਚ ਹੈ ਅਥਰਵਵੇਦ। ਠੀਕ ਹੈ ਜੀ, ਵੇਦਾਂ ਦਾ ਕਰਮਵਾਰ ਵਰਣਨ ਰਿਗਵੇਦ, ਯਜੁਰਵੇਦ, ਸਾਮਵੇਦ ਅਤੇ ਅਥਰਵਵੇਦ ਹੈ। ਅਗਲਾ ਪ੍ਰਸ਼ਨ ਆ ਗਿਆ ਜੀ ਆਪਣੇ ਕੋਲ, ਭਾਰਤੀ ਸੰਗੀਤ ਦਾ ਜਨਕ ਕਿਸ ਵੇਦ ਨੂੰ ਮੰਨਿਆ ਜਾਂਦਾ ਹੈ? ਭਾਰਤੀ ਸੰਗੀਤ ਦਾ ਜਨਕ ਕਿਸ ਵੇਦ ਨੂੰ ਮੰਨਿਆ ਜਾਂਦਾ ਹੈ? ਤਾਂ ਇਸ ਦਾ ਸਹੀ ਉੱਤਰ ਹੋਵੇਗਾ ਸਾਮਵੇਦ ਨੂੰ। ਭਾਰਤੀ ਸੰਗੀਤ ਦਾ ਜਨਕ ਸਾਮਵੇਦ ਨੂੰ ਮੰਨਿਆ ਜਾਂਦਾ ਹੈ। ਅੱਗੇ ਦੇਖਦੇ ਹਾਂ ਜੀ, ਕਿਸ ਵੇਦ ਵਿੱਚ ਬਲੀਦਾਨ ਨਾਲ ਸੰਬੰਧਿਤ ਕਰਮ ਕਾਂਡਾਂ ਦਾ ਉਲੇਖ ਹੈ? ਕਿਸ ਵੇਦ ਦੇ ਵਿੱਚ ਬਲੀਦਾਨ ਨਾਲ ਸੰਬੰਧਿਤ ਕਰਮ ਕਾਂਡ ਵਰਣਨ ਕੀਤੇ ਗਏ ਹਨ? ਠੀਕ ਹੈ, ਤਾਂ ਇਹ ਕੀਤੇ ਗਏ ਹਨ ਯਜੁਰਵੇਦ ਦੇ ਵਿੱਚ। ਅਗਲਾ ਪ੍ਰਸ਼ਨ ਦੇਖੋ, ਜਾਦੂ ਟੋਣੇ ਦਾ ਵਰਣਨ ਕਿਸ ਵੇਦ ਵਿੱਚ ਹੈ? ਠੀਕ ਹੈ ਜੀ, ਜਾਦੂ ਟੋਣੇ ਦਾ ਵਰਣਨ ਹੈ ਅਥਰਵਵੇਦ ਦੇ ਵਿੱਚ। ਜਿੱਦਾਂ ਪਹਿਲਾਂ ਆਪਾਂ ਨੇ ਲੈਕਚਰ ਲਾਇਆ ਸੀ ਉਸ ਦੇ ਵਿੱਚ ਦੱਸਿਆ ਸੀ ਕਿ ਅਥਰਵਵੇਦ ਦੇ ਵਿੱਚ ਜਾਦੂ ਟੋਣੇ, ਅੰਧ ਵਿਸ਼ਵਾਸ, ਇਹਨਾਂ ਚੀਜ਼ਾਂ ਦਾ ਵਰਣਨ ਕੀਤਾ ਗਿਆ ਹੈ।
ਅਗਲਾ ਪ੍ਰਸ਼ਨ ਦੇਖੋ, ਕੰਨਿਆ ਦੇ ਜਨਮ ਦੀ ਨਿੰਦਾ ਕਿਸ ਵੇਦ ਵਿੱਚ ਕੀਤੀ ਗਈ ਹੈ? ਤਾਂ ਕੰਨਿਆ ਦੇ ਜਨਮ ਦੀ ਨਿੰਦਾ ਕੀਤੀ ਗਈ ਹੈ, ਇਸ ਦਾ ਆਨਸਰ ਹੋਵੇਗਾ ਅਥਰਵ ਵੇਦ। ਕੰਨਿਆ ਜਨਮ ਨੂੰ ਅਥਰਵ ਵੇਦ ਦੇ ਵਿੱਚ ਬਦਸ਼ਗਨੀ ਦੇ ਤੌਰ ਦੇ ਉੱਪਰ ਮੰਨਿਆ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਆਪਣੇ ਕੋਲੇ, ਪੁਰਾਣਾਂ ਵਿੱਚ ਸਭ ਤੋਂ ਪ੍ਰਾਚੀਨ ਪੁਰਾਣ ਕਿਹੜਾ ਹੈ? ਪੁਰਾਣਾਂ ਦੇ ਵਿੱਚ ਜੋ ਸਭ ਨਾਲੋਂ ਪ੍ਰਾਚੀਨ ਪੁਰਾਣ ਹੈ ਉਹ ਹੈ ਮਤਸਿਅ ਪੁਰਾਣ। ਕਿਹੜਾ ਪੁਰਾਣ ਹੈ? ਮਤਸਿਅ ਪੁਰਾਣ। ਅੱਗੇ ਆ ਗਿਆ ਆਪਣੇ ਕੋਲੇ ਅਗਲਾ ਪ੍ਰਸ਼ਨ, ਸਭਾ ਅਤੇ ਸੰਮਤੀ ਕੌਣ ਸਨ? ਸਭਾ ਅਤੇ ਸੰਮਤੀ ਕੌਣ ਸਨ? ਤਾਂ ਸਭਾ ਅਤੇ ਸੰਮਤੀ ਪ੍ਰਜਾਪਤੀ ਦੀਆਂ ਦੋ ਪੁੱਤਰੀਆਂ ਸਨ। ਠੀਕ ਹੈ ਜੀ, ਸਭਾ ਅਤੇ ਸੰਮਤੀ ਨੂੰ ਪ੍ਰਜਾਪਤੀ ਦੀਆਂ ਦੋ ਪੁੱਤਰੀਆਂ ਮੰਨਿਆ ਗਿਆ ਹੈ। ਹੁਣ ਇਸ ਦੇ ਨਾਲ ਹੀ ਬਿਲਕੁਲ ਮਿਲਦਾ ਜੁਲਦਾ ਪ੍ਰਸ਼ਨ ਹੈ ਕਿ ਰਿਗਵੇਦ ਅਨੁਸਾਰ ਸਭਾ ਅਤੇ ਸੰਮਤੀ ਕੀ ਸਨ? ਦੇਖੋ, ਰਿਗਵੇਦ ਦੇ ਅਨੁਸਾਰ ਇਹਨਾਂ ਨੂੰ ਕੀ ਮੰਨਿਆ ਗਿਆ ਹੈ? ਦੋ ਸੰਸਥਾਵਾਂ ਮੰਨੀਆਂ ਗਈਆਂ ਹਨ। ਠੀਕ ਹੈ ਜੀ, ਜਿਸ ਦੇ ਵਿੱਚ ਸੰਮਤੀ ਦਾ ਕੰਮ ਸੀ ਰਾਜੇ ਨੂੰ ਸਲਾਹ ਦੇਣੀ, ਠੀਕ ਹੈ, ਅਤੇ ਸਭਾ ਕੀ ਸੀ? ਉਹ ਸਥਾਨ ਜਿੱਥੇ ਬੈਠ ਕੇ ਬੈਠਕ ਹੁੰਦੀ ਸੀ, ਸਭਾ ਹੁੰਦੀ ਸੀ। ਅਗਲਾ ਪ੍ਰਸ਼ਨ ਹੈ ਆਪਣੇ ਕੋਲੇ, ਯਜੁਰਵੇਦ ਵਿੱਚ ਕਿੰਨੇ ਅਧਿਆਏ ਹਨ? ਯਜੁਰਵੇਦ ਦੇ ਵਿੱਚ ਕਿੰਨੇ ਅਧਿਆਏ ਹਨ? ਤਾਂ ਯਜੁਰਵੇਦ ਦੇ ਅਧਿਆਇਆਂ ਦੀ ਸੰਖਿਆ ਹੈ 40। ਯਜੁਰਵੇਦ ਦੇ ਅਧਿਆਏ ਕਿੰਨੇ ਹਨ? ਇਹ ਹਨ 40। ਅਗਲਾ ਪ੍ਰਸ਼ਨ ਦੇਖੋ ਜੀ, ਯਜੁਰਵੇਦ ਕਿਹੜੀ ਜਗ੍ਹਾ 'ਤੇ ਰਚਿਆ ਮੰਨਿਆ ਜਾਂਦਾ ਹੈ? ਤਾਂ ਇਹ ਮੰਨਿਆ ਜਾਂਦਾ ਹੈ ਕੁਰੂਕਸ਼ੇਤਰ ਦੇ ਵਿੱਚ। ਮੰਨਿਆ ਜਾਂਦਾ ਹੈ ਕਿ ਯਜੁਰਵੇਦ ਦੀ ਜੋ ਰਚਨਾ ਹੈ ਉਹ ਕੁਰੂਕਸ਼ੇਤਰ ਦੇ ਵਿੱਚ ਹੋਈ ਹੈ। 4 ਆਸ਼ਰਮਾਂ ਦਾ ਉਲੇਖ ਮਿਲਦਾ ਹੈ। 4 ਆਸ਼ਰਮਾਂ ਦਾ ਉਲੇਖ ਕਿੱਥੇ ਮਿਲਦਾ ਹੈ? ਜਵਾਲ ਉਪਨਿਸ਼ਦ ਦੇ ਵਿੱਚੋਂ। ਜਵਾਲ ਉਪਨਿਸ਼ਦ ਦੇ ਵਿੱਚੋਂ। ਤਾਂ ਇੱਥੇ ਇੱਕ ਪ੍ਰਸ਼ਨ ਹੋਰ ਬਣਦਾ ਹੈ ਕਿ 4 ਆਸ਼ਰਮ ਕਿਹੜੇ ਕਿਹੜੇ ਹਨ? 4 ਆਸ਼ਰਮ ਕਿਹੜੇ ਕਿਹੜੇ ਹਨ? ਤਾਂ ਇਹ ਹਨ ਜੀ ਬ੍ਰਹਮਚਾਰੀ, ਗ੍ਰਹਿਸਥ, ਵਾਣਪ੍ਰਸਥ ਅਤੇ ਸੰਨਿਆਸ। ਬ੍ਰਹਮਚਾਰੀ, ਗ੍ਰਹਿਸਥ, ਵਾਣਪ੍ਰਸਥ ਅਤੇ ਸੰਨਿਆਸ, ਜਿਸ ਦੇ ਵਿੱਚ ਜੀਵਨ ਨੂੰ 100 ਸਾਲਾਂ ਦਾ ਮੰਨ ਕੇ ਜੀਵਨ ਦੇ ਹਰ ਭਾਗ ਨੂੰ 25-25 ਸਾਲਾਂ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਸੀ, ਜਿਸ ਦੇ ਵਿੱਚ ਪਹਿਲੇ 25 ਸਾਲ ਵਿਅਕਤੀ ਬ੍ਰਹਮਚਾਰੀ ਰਹਿੰਦਾ ਅਤੇ ਸਿੱਖਿਆ ਪ੍ਰਾਪਤ ਕਰਦਾ ਸੀ। ਦੂਸਰੇ 25 ਸਾਲ ਮਤਲਬ ਕਿ 25 ਸਾਲ ਤੋਂ ਲੈ ਕੇ 50 ਸਾਲ ਦੀ ਉਮਰ ਤੱਕ ਉਹ ਗ੍ਰਹਿਸਥ ਜੀਵਨ ਦਾ ਪਾਲਣ ਕਰਦਾ ਸੀ। ਠੀਕ ਹੈ ਜੀ, ਔਰ 50 ਤੋਂ ਲੈ ਕੇ ਅਗਲੇ 25 ਸਾਲ ਉਹ ਵਾਣਪ੍ਰਸਥ ਮਤਲਬ ਵਪਾਰ ਨੂੰ ਪਾਲਦਾ। ਠੀਕ ਹੈ, ਵਪਾਰ ਕਰਦਾ ਅਤੇ ਸਮਾਜ ਦੇ ਵਿੱਚ ਆਪਦੀਆਂ ਯੋਗਤਾਵਾਂ, ਆਪਣੇ ਹਿੱਸੇ ਪਾਉਂਦਾ, ਸਮਾਜ ਦੇ ਬਿਹਤਰੀ ਵਾਸਤੇ ਆਪਦਾ ਯੋਗਦਾਨ ਪਾਉਂਦਾ। ਅਤੇ ਅਗਲੇ ਅਤੇ ਅੰਤਮ 25 ਸਾਲ ਜੋ ਸਨ ਉਹ ਸੰਨਿਆਸ ਕਰਕੇ ਈਸ਼ਵਰ ਦੀ ਭਗਤੀ ਦੇ ਵਿੱਚ ਲੀਨ ਕਰਦਾ ਅਤੇ ਆਪਦੇ ਵਾਸਤੇ ਮੋਕਸ਼ ਦੀ ਪ੍ਰਾਪਤੀ ਲਈ ਸਾਧਨਾ ਦਾ ਇੰਤਜ਼ਾਮ ਕਰਦਾ ਸੀ। ਪੁਰਾਣਾਂ ਦੀ ਸੰਖਿਆ ਕਿੰਨੀ ਮੰਨੀ ਗਈ ਹੈ? ਪੁਰਾਣਾਂ ਦੀ ਸੰਖਿਆ ਮੰਨੀ ਗਈ ਹੈ ਜੀ 18। ਪੁਰਾਣ ਕਿੰਨੇ ਸਨ? ਇਹ ਸਨ 18। ਅੱਗੇ ਚੱਲਦੇ ਹਾਂ ਜੀ ਅਤੇ ਦੇਖਦੇ ਹਾਂ ਆਪਣਾ ਅਗਲਾ ਪ੍ਰਸ਼ਨ ਕੀ ਹੈ। ਰਿਗਵੇਦ ਵਿੱਚ ਕਿੰਨੇ ਸ਼ਲੋਕ ਹਨ? ਰਿਗਵੇਦ ਦੇ ਵਿੱਚ ਕਿੰਨੇ ਸ਼ਲੋਕ ਹਨ? ਤਾਂ ਇਹ ਹਨ 1028 ਸ਼ਲੋਕ। ਰਿਗਵੇਦ ਦੇ ਵਿੱਚ 1028 ਸ਼ਲੋਕ ਹਨ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, ਮੈਕਸ ਮੁੱਲਰ ਅਨੁਸਾਰ ਆਰਿਆਂ ਦਾ ਨਿਵਾਸ ਅਸਥਾਨ ਕੀ ਹੈ? ਮੈਕਸ ਮੁੱਲਰ ਜੋ ਕਿ ਜਰਮਨ ਦੇ ਵਿਦਵਾਨ ਸਨ, ਉਹਨਾਂ ਦਾ ਮੰਨਣਾ ਹੈ ਕਿ ਆਰੀਆ ਮੱਧ ਏਸ਼ੀਆ ਦੇ ਵਾਸੀ ਸਨ। ਠੀਕ ਹੈ ਜੀ, ਮੈਕਸ ਮੁੱਲਰ ਅਨੁਸਾਰ ਆਰਿਆਂ ਦਾ ਨਿਵਾਸ ਸਥਾਨ ਕੀ ਹੈ? ਤਾਂ ਇਸ ਦਾ ਉੱਤਰ ਹੈ ਮੱਧ ਏਸ਼ੀਆ। ਰਿਗਵੇਦ ਦੇ ਕਿਸ ਸੂਤਕ ਤੋਂ ਸ਼ੂਦਰ ਵਰਣ ਦਾ ਜ਼ਿਕਰ ਮਿਲਦਾ ਹੈ? ਰਿਗਵੇਦ ਦੇ ਕਿਸ ਸੂਤਕ ਤੋਂ ਸ਼ੂਦਰ ਵਰਣ ਦਾ ਜ਼ਿਕਰ ਮਿਲਦਾ ਹੈ? ਤਾਂ ਇਸ ਦਾ ਜ਼ਿਕਰ ਮਿਲਦਾ ਹੈ ਪੁਰਸ਼ ਸੂਤਕ ਤੋਂ। ਨੈਕਸਟ ਪ੍ਰਸ਼ਨ ਹੈ ਆਪਣੇ ਕੋਲੇ,
ਆर्य ਸ਼ਬਦ ਦਾ ਅਰਥ ਕੀ ਹੈ? ਆर्य ਸ਼ਬਦ ਦਾ ਅਰਥ ਹੈ श्रेष्ठ, उत्तम या फिर उच्च। ठीक है जी, आर्य ਦਾ ਅਰਥ ਹੈ श्रेष्ठ। ਆਰਿਆਂ ਦੀ ਭਾਸ਼ਾ ਕਿਹੜੀ ਹੈ? ਅਗਲਾ ਪ੍ਰਸ਼ਨ ਹੈ ਜੀ, ਆਰਿਆਂ ਦੀ ਭਾਸ਼ਾ ਕਿਹੜੀ ਹੈ? ਤਾਂ ਸੰਸਕ੍ਰਿਤ ਨੂੰ ਆਰਿਆਂ ਦੀ ਭਾਸ਼ਾ ਮੰਨਿਆ ਜਾਂਦਾ ਹੈ। ਆਰਿਆਂ ਦੀ ਭਾਸ਼ਾ ਹੈ ਸੰਸਕ੍ਰਿਤ। ਅਗਲਾ ਪ੍ਰਸ਼ਨ ਦੇਖੋ, ਵੈਦਿਕ ਸਭਿਅਤਾ ਦੀ ਮੁੱਢਲੀ ਇਕਾਈ ਕੀ ਸੀ? ਵੈਦਿਕ ਸਭਿਅਤਾ ਦੀ ਜੋ ਮੁੱਢਲੀ ਇਕਾਈ ਸੀ ਉਹ ਸੀ ਪਰਿਵਾਰ। ਠੀਕ ਹੈ ਜੀ, ਵੈਦਿਕ ਸਭਿਅਤਾ ਦੀ ਮੁੱਢਲੀ ਇਕਾਈ ਕੀ ਸੀ? ਪਰਿਵਾਰ। ਉਸ ਸਮੇਂ ਦੇ ਵਿੱਚ ਇਸ ਨੂੰ ਕੁਲ ਕਿਹਾ ਜਾਂਦਾ ਸੀ। ਕੀ ਕਿਹਾ ਜਾਂਦਾ ਸੀ? ਕੁਲ। ਅਗਲਾ ਪ੍ਰਸ਼ਨ ਹੈ ਜੀ, ਵੈਦਿਕ ਸਭਿਅਤਾ ਜਾਂ ਆਰਿਆਂ ਦਾ ਮੁੱਖ ਪਸ਼ੂ ਕੀ ਸੀ? ਵੈਦਿਕ ਸਭਿਅਤਾ ਜਾਂ ਆਰਿਆਂ ਦਾ ਜੋ ਮੁੱਖ ਪਸ਼ੂ ਮੰਨਿਆ ਗਿਆ ਹੈ ਉਹ ਕਿਹੜਾ ਮੰਨਿਆ ਗਿਆ ਹੈ? ਆਰੀਆ ਲੋਕ ਗਾਂ ਦੀ ਬਹੁਤ ਪੂਜਾ ਕਰਦੇ ਸੀ। ਠੀਕ ਹੈ, ਤਾਂ ਇਸ ਆਧਾਰ ਦੇ ਉੱਪਰ ਗਾਂ ਨੂੰ ਇਸ ਕਾਲ ਦਾ ਆਰਿਆਂ ਦਾ ਮੁੱਖ ਪਸ਼ੂ ਮੰਨਿਆ ਗਿਆ ਹੈ। ਆਰਿਆਂ ਦਾ ਮੁੱਖ ਪਸ਼ੂ ਕਿਹੜਾ ਹੈ? ਇਹ ਹੈ ਗਾਂ। ਅਗਲਾ ਪ੍ਰਸ਼ਨ ਦੇਖੋ ਜੀ, ਵੈਦਿਕ ਸਭਿਅਤਾ ਦਾ ਆਧਾਰ ਕੀ ਸੀ? ਵੈਦਿਕ ਸਭਿਅਤਾ ਦਾ ਆਧਾਰ ਸੀ ਖੇਤੀ। ਖੇਤੀ ਪ੍ਰਧਾਨ ਸਭਿਅਤਾ ਸੀ ਇਹ। ਠੀਕ ਹੈ ਜੀ, ਖੇਤੀਬਾੜੀ ਦੇ ਨਾਲ ਸੰਬੰਧਿਤ ਸਭਿਅਤਾ ਸੀ ਇਹ। ਇਸ ਦਾ ਆਧਾਰ ਜੋ ਸੀ ਉਹ ਖੇਤੀ ਸੀ। ਅਗਲਾ ਪ੍ਰਸ਼ਨ ਹੈ, ਵੈਦਿਕ ਸਭਿਅਤਾ ਵਿੱਚ ਯੁੱਧਾਂ ਦਾ ਮੁੱਖ ਕਾਰਨ ਕੀ ਸੀ? ਵੈਦਿਕ ਸਭਿਅਤਾ ਦੇ ਵਿੱਚ ਜੋ ਯੁੱਧ ਹੁੰਦੇ ਸੀ, ਆਰੀਆ ਲੋਕਾਂ ਦੇ ਜੋ ਯੁੱਧ ਸੀ ਉਹਨਾਂ ਦਾ ਮੁੱਖ ਕਾਰਨ ਕੀ ਮੰਨਿਆ ਜਾਂਦਾ ਸੀ? ਤਾਂ ਇਹ ਮੰਨਿਆ ਜਾਂਦਾ ਸੀ ਗਾਵਾਂ ਦੀ ਚੋਰੀ। ਜੋ ਗਊਆਂ ਸਨ ਉਸ ਟਾਈਮ ਦੇ ਵਿੱਚ ਉਹ ਇਹਨਾਂ ਦਾ ਮੁੱਖ ਪਸ਼ੂ ਸੀ ਔਰ ਉਸ ਦੇ ਨਾਲ ਸੰਪੱਤੀ ਦਾ ਪਤਾ ਲੱਗਦਾ ਸੀ। ਇਸ ਲਈ ਇਹਨਾਂ ਨੂੰ ਚਰਾਉਣਾ, ਚੋਰੀ ਕਰਨਾ ਆਮ ਜਿਹੀ ਗੱਲ ਸੀ ਔਰ ਇਹੀ ਗੱਲ ਯੁੱਧ ਦਾ ਕਾਰਨ ਬਣਦੀ ਸੀ। ਵੈਦਿਕ ਕਾਲ ਵਿੱਚ ਇਸਤਰੀਆਂ ਦੀ ਸਥਿਤੀ ਕਿਸ ਤਰ੍ਹਾਂ ਦੀ ਸੀ? ਨੈਕਸਟ ਪ੍ਰਸ਼ਨ ਹੈ ਜੀ, ਕਿ ਵੈਦਿਕ ਕਾਲ ਦੇ ਵਿੱਚ ਇਸਤਰੀਆਂ ਦੀ ਜੋ ਸਥਿਤੀ ਸੀ ਉਹ ਕਿਸ ਤਰ੍ਹਾਂ ਦੀ ਸੀ? ਤਾਂ ਇਸ ਦਾ ਉੱਤਰ ਹੋਏਗਾ ਕਿ ਇਸਤਰੀਆਂ ਦੀ ਸਥਿਤੀ ਆਦਰਨੀय ਅਤੇ ਸਨਮਾਨ ਵਾਲੀ ਸੀ। ਠੀਕ ਹੈ, ਆਦਰ ਅਤੇ ਸਨਮਾਨ ਵਾਲੀ ਸਥਿਤੀ ਮੰਨੀ ਜਾਂਦੀ ਹੈ। ਅਗਲਾ ਪ੍ਰਸ਼ਨ ਹੈ, ਦਇਆਨੰਦ ਸਰਸਵਤੀ ਅਨੁਸਾਰ ਆਰੀਆ ਕਿੱਥੋਂ ਆਏ ਸਨ? ਦਇਆਨੰਦ ਸਰਸਵਤੀ ਅਨੁਸਾਰ ਆਰੀਆ ਕਿੱਥੋਂ ਆਏ ਸਨ? ਤਾਂ ਇਸ ਦਾ ਜੋ ਸਹੀ ਉੱਤਰ ਹੈ ਉਹ ਹੈ ਤਿੱਬਤ। ਕਿ ਦਇਆਨੰਦ ਸਰਸਵਤੀ ਨੇ ਆਰਿਆਂ ਨੂੰ ਤਿੱਬਤ ਤੋਂ ਆਏ ਹੋਏ ਮੰਨਿਆ ਹੈ। ਆਰਿਆਂ ਦੇ ਭਾਰਤ ਵਿੱਚ ਉੱਤਰੀ ਧਰੁਵ ਤੋਂ ਆਉਣ ਸੰਬੰਧੀ ਵਿਚਾਰ ਕਿਸ ਦੇ ਸਨ? ਅਗਲਾ ਪ੍ਰਸ਼ਨ ਹੈ ਜੀ, ਕਿ ਆਰਿਆਂ ਦੇ ਭਾਰਤ ਵਿੱਚ ਉੱਤਰੀ ਧਰੁਵ ਤੋਂ ਆਉਣ ਦੇ ਜੋ ਵਿਚਾਰ ਦਿੱਤੇ ਗਏ ਹਨ ਉਹ ਵਿਚਾਰ ਕਿਸ ਵਿਦਵਾਨ ਨੇ ਦਿੱਤੇ ਹਨ? ਤਾਂ ਇਹ ਵਿਚਾਰ ਦਿੱਤੇ ਹਨ ਜੀ ਬਾਲ ਗੰਗਾਧਰ ਤਿਲਕ ਨੇ। ਬਾਲ ਗੰਗਾਧਰ ਤਿਲਕ ਨੇ ਮੰਨਿਆ ਕਿ ਜੋ ਭਾਰਤ ਦੇ ਵਿੱਚ ਆਰੀਆ ਲੋਕ ਆਏ ਉਹ ਉੱਤਰੀ ਧਰੁਵ ਤੋਂ ਆਏ ਸਨ। ਅਗਲਾ ਪ੍ਰਸ਼ਨ ਦੇਖੋ ਜੀ, ਬਾਲ ਗੰਗਾਧਰ ਤਿਲਕ ਨੇ ਆਰਿਆ ਸੰਬੰਧੀ ਜੋ ਵਿਚਾਰ ਦਿੱਤਾ ਇਹ ਕਿਸ ਪੁਸਤਕ ਦੇ ਵਿੱਚ ਦਿੱਤਾ? ਦੇਖੋ, ਜੋ ਆਪਾਂ ਨੇ ਉੱਪਰ ਪੜ੍ਹਿਆ ਹੈ ਇਹ ਉਸ ਦੇ ਨਾਲ ਹੀ ਸੰਬੰਧਿਤ ਪ੍ਰਸ਼ਨ ਹੈ ਕਿ ਆਰਿਆਂ ਦੇ ਭਾਰਤ ਵਿੱਚ ਉੱਤਰੀ ਧਰੁਵ ਤੋਂ ਆਉਣ ਸੰਬੰਧੀ ਵਿਚਾਰ ਕਿਸ ਦੇ ਸਨ? ਇਹ ਵਿਚਾਰ ਸਨ ਬਾਲ ਗੰਗਾਧਰ ਤਿਲਕ ਦੇ। ਅਤੇ ਜੋ ਇਹ ਪ੍ਰਸ਼ਨ ਪੁੱਛਿਆ ਗਿਆ ਹੈ ਇਹ ਪੁੱਛਿਆ ਗਿਆ ਹੈ ਕਿ ਬਾਲ ਗੰਗਾਧਰ ਤਿਲਕ ਨੇ ਆਰਿਆਂ ਸੰਬੰਧੀ ਵਿਚਾਰ ਕਿਸ ਪੁਸਤਕ ਵਿੱਚ ਦਿੱਤਾ? ਤਾਂ ਪਹਿਲਾਂ ਤਾਂ ਇਹਦੇ ਵਿੱਚ ਇਹ ਵੀ ਬਣਦਾ ਕਿ ਆਰਿਆ ਸੰਬੰਧੀ ਵਿਚਾਰ ਕੀ ਸੀ? ਤਾਂ ਆਰਿਆ ਸੰਬੰਧੀ ਵਿਚਾਰ ਸੀ ਕਿ ਇਹ ਉੱਤਰੀ ਧਰੁਵ ਤੋਂ ਆਏ। ਹੁਣ ਪ੍ਰਸ਼ਨ ਬਣਦਾ ਕਿ ਇਹ ਵਿਚਾਰ ਉਹਨਾਂ ਨੇ ਕਿਸ ਪੁਸਤਕ ਦੇ ਵਿੱਚ ਦਿੱਤਾ? ਤਾਂ ਇਸ ਪੁਸਤਕ ਦਾ ਨਾਮ ਸੀ ਆਰਟਿਕ ਹੋਮ ਆਫ ਦੀ ਆਰੀਅੰਦ। ਆਰਟਿਕ ਹੋਮ ਆਫ ਦਾ ਆਰੀਅੰਦ ਬਾਲ ਗੰਗਾਧਰ ਤਿਲਕ ਦੁਆਰਾ ਲਿਖੀ ਪੁਸਤਕ ਸੀ ਜਿਸ ਵਿੱਚ ਉਹਨਾਂ ਨੇ ਵਿਚਾਰ ਦਿੱਤਾ ਕਿ ਆਰੀਆ ਲੋਕ ਭਾਰਤ ਦੇ ਵਿੱਚ ਉੱਤਰੀ ਧਰੁਵ ਤੋਂ ਆਏ ਸਨ। ਨੈਕਸਟ ਪ੍ਰਸ਼ਨ ਦੇਖੋ ਜੀ, ਡਾਕਟਰ ਅਵਿਨਾਸ਼ ਚੰਦਰ ਨੇ ਆਰਿਆ ਸੰਬੰਧੀ ਵਿਚਾਰ ਕਿਸ ਪੁਸਤਕ ਵਿੱਚ ਦਿੱਤੇ? ਡਾਕਟਰ ਅਵਿਨਾਸ਼ ਚੰਦਰ ਨੇ ਆਰਿਆ ਸੰਬੰਧੀ ਵਿਚਾਰ ਕਿਸ ਪੁਸਤਕ ਵਿੱਚ ਦਿੱਤੇ? ਤਾਂ ਇਹ ਦਿੱਤੇ ਸਨ ਸਰ ਰਿਗਵੈਦਿਕ ਇੰਡੀਆ ਨਾਮਕ ਪੁਸਤਕ ਦੇ ਵਿੱਚ। ਰਿਗਵੈਦਿਕ ਇੰਡੀਆ ਨਾਮਕ ਪੁਸਤਕ ਦੇ ਵਿੱਚ। ਅਗਲਾ ਪ੍ਰਸ਼ਨ ਹੈ,
ਰਿਗਵੈਦਿਕ ਇੰਡੀਆ ਪੁਸਤਕ ਦੇ ਵਿੱਚ ਆਰਿਆਂ ਦਾ ਮੂਲ ਸਥਾਨ ਕਿਹੜਾ ਮੰਨਿਆ ਗਿਆ ਹੈ? ਤਾਂ ਉਹ ਮੰਨਿਆ ਗਿਆ ਹੈ ਸਪਤ ਸਿੰਧੂ ਪ੍ਰਦੇਸ਼। ਆਰਿਆਂ ਦਾ ਮੂਲ ਨਿਵਾਸ ਸਥਾਨ ਡਾਕਟਰ ਅਵਿਨਾਸ਼ ਚੰਦਰ ਨੇ ਰਿਗਵੈਦਿਕ ਇੰਡੀਆ ਨਾਮਕ ਪੁਸਤਕ ਦੇ ਵਿੱਚ ਸਪਤ ਸਿੰਧੂ ਪ੍ਰਦੇਸ਼ ਮੰਨਿਆ ਹੈ। ਦੋਸਤੋ, ਇਹ ਸਨ ਵੈਦਿਕ ਸੱਭਿਅਤਾ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਪ੍ਰਸ਼ਨ। ਠੀਕ ਹੈ ਜੀ। ਇਸ ਸੱਭਿਅਤਾ ਨਾਲ ਸੰਬੰਧਿਤ ਕੁਝ ਹੋਰ ਪ੍ਰਸ਼ਨ ਲੈ ਕੇ ਜਲਦੀ ਤੁਹਾਡੇ ਸਾਹਮਣੇ ਪ੍ਰਸਤੁਤ ਹੋਵਾਂਗੇ। ਠੀਕ ਹੈ, ਅਤੇ ਆਸ਼ਾ ਕਰਦੇ ਹਾਂ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ। ਵੀਡੀਓ ਨੂੰ ਲਾਇਕ ਸ਼ੇਅਰ ਕਰਿਓ। ਧੰਨਵਾਦ ਜੀ।